ਸਤਿ ਸ਼੍ਰੀ ਅਕਾਲ ਜੀ। ਆਪਾਂ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਤੇ ਸਭ ਤੋਂ ਪਹਿਲਾਂ ਮੈਂ ਦੋ ਬੋਲ ਨੇ ਜਿਹੜੇ ਇਹ ਸੁਣਾਉਣਾ ਚਾਹੁੰਦਾ ਤੁਹਾਨੂੰ। ਗੀਤ ਦੇ ਸੁਣਿਓ। ਜੰਗਾਂ ਵਿੱਚ ਛੱਡਣਾ ਪੈਂਦਾ ਹਉਮੈ ਦੇ ਭੇੜਾਂ ਨੂੰ, ਆਜੋ ਹੁਣ ਬਹਿ ਕੇ ਲਿਪੀਏ ਅੰਦਰਲੀਆਂ ਤੇੜਾਂ ਨੂੰ। ਰੇਸ਼ਮ ਦੇ ਧਾਗੇ ਟੁੱਟਦੇ ਜੋੜਨ ਦਾ ਵੇੜਾ ਹੈ, ਥੋੜੀ ਹੀ ਦੂਰ ਗਿਆ ਨੂੰ ਮੋੜਨ ਦਾ ਵੇੜਾ ਹੈ, ਥੋੜੀ ਹੀ ਦੂਰ ਗਿਆ ਨੂੰ। ਬਿਲਕੁਲ ਇਸ ਨੌਜਵਾਨ ਨੇ ਬੜੀ ਢੁਕਵੀਂ ਗੱਲ ਕੀਤੀ ਹੈ ਕਿ ਆਪਦੇ ਹੰਕਾਰ ਨੂੰ ਆਪਦੇ ਹਉਮੈ ਨੂੰ ਅਸੀਂ ਛੱਡ ਕੇ ਇੱਕ ਹੋਈਏ, ਰੋਸੇ ਗਿਲੇ ਖਤਮ ਕਰੀਏ, ਜਿਹੜੇ ਮਾੜੇ ਮੋਟੇ ਦੂਰ ਗਏ ਨੇ ਉਹਨਾਂ ਨੂੰ ਮੋੜ ਕੇ ਲੈ ਕੇ ਆਈਏ, ਕਿਉਂਕਿ ਮਸਲਾ ਪੰਜਾਬ ਦਾ ਹੈ, ਮਸਲਾ ਪੰਜਾਬ ਦੀ ਮਿੱਟੀ ਦਾ ਹੈ, ਮਸਲਾ ਪੰਜਾਬ ਦੀ ਪੰਜਾਬੀਅਤ ਦੀ ਹੋਂਦ ਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਉਹਨਾਂ ਮੇਰੇ ਲੋਕਾਂ ਦਾ, ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ ਦੇ ਲੋਕਾਂ ਦਾ, ਜਿਨ੍ਹਾਂ ਨੇ ਪੂਰਾ ਡਟ ਕੇ ਮੇਰਾ ਸਾਥ ਦਿੱਤਾ। ਬਹੁਤ ਪਿੰਡਾਂ ਦੇ ਵਿੱਚ ਮਤੇ ਪਏ, ਬਹੁਤ ਨੌਜਵਾਨਾਂ ਨੇ ਮਾਰਚ ਵੀ ਕੱਢੇ, ਬਹੁਤ ਨੌਜਵਾਨਾਂ ਨੇ ਮੇਰੇ ਹੱਕ ਦੇ ਵਿੱਚ ਬੋਲਿਆ। ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਡਾ, ਕਿਉਂਕਿ ਇਹ ਤੁਹਾਡਾ ਪਿਆਰ ਹੀ ਆ, ਇਹ ਤੁਹਾਡੀ ਮੁਹੱਬਤ ਆ ਜਿਹੜੀ ਮੈਨੂੰ ਤੋਰੀ ਫਿਰਦੀ ਆ, ਜਾਂ ਮੈਨੂੰ ਲੜਨ ਦਾ, ਅੱਗੇ ਤੁਰਨ ਦਾ, ਸੰਘਰਸ਼ ਕਰਨ ਦਾ ਜਜ਼ਬਾ, ਜਿਹੜਾ ਜਨੂਨ ਪੈਦਾ ਹੁੰਦਾ ਹੈ, ਇਹ ਤੁਹਾਡੇ ਕਰਕੇ ਹੀ ਹੈ। ਜਦੋਂ ਮੈਨੂੰ ਲੱਗਦਾ ਕਿ ਹਾਂ ਯਾਰ ਮੇਰੇ ਲੋਕ ਨੇ ਜਿਹੜੇ ਉਹ ਮੇਰੇ ਤੇ ਭਰੋਸਾ ਕਰਦੇ ਨੇ, ਮਾਣ ਕਰਦੇ ਨੇ, ਵਿਸ਼ਵਾਸ ਕਰਦੇ ਨੇ, ਤਾਂ ਮੈਨੂੰ ਵੀ ਹੌਸਲਾ ਮਿਲਦਾ। ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਆਪਣੀ ਦਾਅ ਤੇ ਲਾ ਸਕਦਾ, ਜ਼ਿੰਦਗੀ ਖਤਮ ਕਰ ਸਕਦਾ, ਪਰ ਮੈਂ ਕਦੇ ਵੀ ਤੁਹਾਡੇ ਨਾਲ ਕੋਈ ਬੇਵਿਸ਼ਵਾਸੀ ਨਹੀਂ ਕਰੂੰਗਾ। ਤੁਹਾਡਾ ਭਰੋਸਾ ਜਿਹੜਾ ਉਹ ਕਦੇ ਵੀ ਟੁੱਟਣ ਨਹੀਂ ਦੇਵਾਂਗਾ, ਤੇ ਕਦੇ ਵੀ ਆਪਣੀ ਮਾਂ ਧਰਤੀ ਨਾਲ ਮੈਂ ਕੋਈ ਬੇਵਫਾਈ ਨਹੀਂ ਕਰੂੰਗਾ। ਪਰ ਹੁਣ ਮੈਂ ਉਹਨਾਂ ਸਾਰੇ ਸੱਜਣਾਂ ਨੂੰ ਇਹੀ ਅਪੀਲ ਕਰਦਾ ਕਿ ਹੁਣ ਸਾਨੂੰ ਮੋਰਚੇ ਨਾਲ ਖੜਨ ਦੀ ਲੋੜ ਆ, ਇਸ ਸੰਘਰਸ਼ ਦੇ ਨਾਲ ਖੜਨ ਦੀ ਲੋੜ ਹੈ, ਇਸ ਅੰਦੋਲਨ ਦੇ ਨਾਲ ਖੜਨ ਦੀ ਲੋੜ ਆ। ਕਿਉਂਕਿ ਮੈਂ ਦੇਖ ਰਿਹਾ ਕਿ ਬਹੁਤ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਪੈ ਰਹੀਆਂ ਨੇ, ਪੋਸਟਾਂ ਪੈ ਰਹੀਆਂ ਨੇ, ਲਿਖਿਆ ਜਾ ਰਿਹਾ, ਇਹ ਗੱਲਾਂ ਘੋਲ ਨੂੰ ਦਫਾੜ ਕਰਦੀਆਂ ਨੇ। ਬਹੁਤ ਵਾਰੀ ਇਹ ਵੀ ਕਹਿ ਦਿੰਦੇ ਨੇ, ਕਹਿੰਦੇ ਬਾਈ ਤੂੰ ਹਰ ਵਾਰੀ ਕਹਿ ਦਿੰਦਾ ਜਦੋਂ ਅਸੀਂ ਕੋਈ ਗੱਲ ਕਰਦੇ ਆ, ਤੂੰ ਕਹਿੰਦਾ ਘੋਲ ਤੇ ਸੱਟ ਲੱਗੂ, ਅੰਦੋਲਨ ਖਰਾਬ ਹੁੰਦਾ ਹੈ। ਬਿਲਕੁਲ ਕੋਈ ਗੱਲ ਨਹੀਂ, ਬੜਾ ਸਮਾਂ ਪਿਆ, ਆਪਾਂ ਪਹਿਲਾਂ ਵੀ ਕਹਿੰਦੇ ਆਏ ਆ, ਜਿਹੜਾ ਵੀ ਗੁੱਬ ਗਵਾਟ ਹੈਗਾ ਉਹ ਸਾਰਿਆਂ ਨੇ ਕੱਢਣਾ, ਬੜਾ ਕੁਝ ਹੈਗਾ। ਪਰ ਮੇਰਾ ਵੀਰ ਅੱਜ ਤੁਹਾਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਇਸ ਤਰ੍ਹਾਂ ਦੀਆਂ ਪੋਸਟਾਂ, ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਤੋਂ ਗੁਰੇਜ਼ ਕਰੋ, ਜਿਹਦੇ ਨਾਲ ਇਸ ਅੰਦੋਲਨ ਨੂੰ, ਇਸ ਘੋਲ ਨੂੰ ਸੱਟ ਲੱਗੇ। ਹੁਣ ਆਪਾਂ ਦੇਖ ਰਹੇ ਹਾਂ ਮਾਹੌਲ ਆ ਜਿਹੜਾ ਕਿ ਹਰਿਆਣੇ ਦੇ ਵਿੱਚ ਪੰਚਾਇਤਾਂ ਹੋ ਰਹੀਆਂ ਨੇ, ਰਾਜਸਥਾਨ ਦੇ ਵਿੱਚ ਹੋ ਰਹੀਆਂ ਨੇ, ਯੂਪੀ ਦੇ ਵਿੱਚ ਹੋ ਰਹੀਆਂ ਨੇ, ਵੱਡੇ ਵੱਡੇ ਇਕੱਠ ਹੋ ਰਹੇ ਨੇ, ਉਹਨਾਂ ਦੇ ਆਗੂ ਨੇ ਜਿਹੜੇ ਹਰਿਆਣਾ, ਰਾਜਸਥਾਨ, ਯੂਪੀ ਦੇ ਕਰ ਰਹੇ ਨੇ। ਪਰ ਪੰਜਾਬ ਵਾਲੇ ਲੋਕਾਂ ਦੇ ਵਿੱਚ ਹਲੇ ਇਹੀ ਗੱਲਾਂ, ਇਹੀ ਕਸ਼ਮਕਸ਼ ਚੱਲੀ ਜਾਂਦੀ ਹੈ, ਕੌਣ ਸਹੀ ਆ ਕੌਣ ਗਲਤ ਹੈ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ, ਸਹੀ ਗਲਤ ਦਾ ਫੈਸਲਾ ਸਮੇਂ ਨੇ ਕਰ ਦੇਣਾ ਹੁੰਦਾ ਹੈ। ਸਹੀ ਨੇ ਵੀ ਸਾਹਮਣੇ ਆ ਜਾਣਾ ਤੇ ਗਲਤ ਨੇ ਵੀ ਸਾਹਮਣੇ ਆ ਜਾਣਾ। ਸੋ ਮੇਰਾ ਵੀਰ, ਮੈਂ ਬੇਨਤੀ ਕਰਦਾ ਕਿ ਹੁਣ ਸਾਡੇ ਕੋਲ ਸਮਾਂ ਨਹੀਂ ਆ, ਹੁਣ ਅਸੀਂ ਇਕਜੁੱਟ ਹੋਈਏ, ਇਕੱਠੇ ਹੋਈਏ। ਮੈਂ ਕਿਸਾਨ ਆਗੂਆਂ ਨੂੰ ਵੀ ਅਪੀਲ ਕਰਦਾ, ਜਿਹੜੇ ਸਾਡੇ ਪੰਜਾਬ ਦੇ ਕਿਸਾਨ ਆਗੂ ਹੈ, ਕਿ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਮੈਂ ਪਹਿਲਾਂ ਵੀ ਕਿਹਾ ਸੀ ਵੀ ਜਿਹੜੇ ਵੀ ਸਸਪੈਂਡ ਵਗੈਰਾ ਕੀਤੇ ਨੇ ਉਹਨਾਂ ਨੂੰ ਨਾਲ ਜੋੜ ਕੇ ਚੱਲੋ, ਜਿਹੜੇ ਪਰਲੀ ਸਟੇਜ ਵਾਲੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ। ਤੁਹਾਡੇ ਏਕੇ ਨਹੀਂ, ਤੁਹਾਡੀ ਤਾਕਤ ਬਣਨਾ ਹੈ। ਬਾਕੀ ਮੈਂ ਪੰਜਾਬ ਦੇ ਕਿਸਾਨ ਆਗੂਆਂ ਨੂੰ ਇਹ ਵੀ ਅਪੀਲ ਕਰਦਾ ਕਿ ਜਿਵੇਂ ਹਰਿਆਣਾ, ਰਾਜਸਥਾਨ, ਯੂਪੀ, ਇਹਨਾਂ ਸੂਬਿਆਂ ਦੇ ਵਿੱਚ ਵੱਡੇ ਵੱਡੇ ਇਕੱਠ ਹੋ ਰਹੇ ਨੇ, ਤੁਹਾਡਾ ਫਰਜ਼ ਬਣਦਾ ਕਿ ਇੱਕ ਤੁਹਾਡੀ ਟੀਮ ਹੈ ਜਿਹੜੀ ਦੂਜੇ ਨੰਬਰ ਦੀ ਟੀਮ ਹੈ, ਉਹਨੂੰ ਪੰਜਾਬ 'ਚ ਭੇਜਿਆ ਜਾਵੇ। ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਹਿਸਾਬ ਦੇ ਨਾਲ, ਹਲਕਿਆਂ ਦੇ ਹਿਸਾਬ ਦੇ ਨਾਲ, ਪਿੰਡਾਂ ਦੇ ਹਿਸਾਬ ਦੇ ਨਾਲ ਵੱਡੇ ਇਕੱਠ ਕੀਤੇ ਜਾਣ, ਲੋਕਾਂ ਨੂੰ ਸਮਝਾਇਆ ਜਾਵੇ, ਲੋਕਾਂ 'ਚ ਦੁਬਾਰਾ ਉਹ ਵਿਸ਼ਵਾਸ ਜਿਹੜਾ ਪੈਦਾ ਕੀਤਾ ਜਾਵੇ। ਇਹ ਵੀ ਫਰਜ਼ ਬਣਦਾ ਹੈ, ਇਹ ਤੇ ਵੀ ਗੌਰ ਕਰਿਓ। ਅਸੀਂ ਤੁਹਾਡੇ ਨਾਲ ਹੈ, ਮੇਰੀ ਜਿੱਥੇ ਵੀ ਡਿਊਟੀ ਲੱਗੂਗੀ। ਵੈਸੇ ਮੈਂ ਬਿਨਾਂ ਡਿਊਟੀ ਤੋਂ ਜਾਣ ਨੂੰ ਤਿਆਰ ਹਾਂ। ਪੰਜਾਬ ਦੇ ਵਿੱਚ ਜਦੋਂ ਵੀ ਕੋਈ ਇਸ ਤਰ੍ਹਾਂ ਤੁਸੀਂ ਮਾਹੌਲ ਪ੍ਰੋਗਰਾਮ ਕੋਈ ਲੀਕਦੇ ਆ ਕਿ ਪੰਜਾਬ ਦੇ ਵਿੱਚ ਆਪਾਂ ਨੂੰ ਦੁਬਾਰਾ ਇਕੱਠ ਕਰਕੇ ਜ਼ਿਲ੍ਹੇ ਵਾਈਜ਼ ਲੋਕਾਂ ਨੂੰ ਲਾਮਬੰਦ ਕਰਨ ਦੀ ਲੋੜ ਹੈ, ਲੋਕਾਂ 'ਚ ਹੌਸਲਾ ਭਰਨ ਦੀ ਲੋੜ ਆ, ਲੋਕਾਂ ਨੂੰ ਨਾਲ ਜੋੜਨ ਦੀ ਲੋੜ ਆ।
ਕਿਉਂਕਿ ਲੋਕਾਂ ਨੇ ਸਾਡੀ ਕਿੱਡਾ ਵੱਡਾ ਇਹ ਅੰਦੋਲਨ ਪੰਜਾਬ ਨੇ ਚਲਾਇਆ, ਸ਼ੁਰੂਆਤ ਪੰਜਾਬ ਨੇ ਕੀਤੀ, ਝੋਕਿਆ ਪੰਜਾਬ ਨੇ ਆਪਣੇ ਆਪ ਨੂੰ। ਪਰ ਅੱਜ ਇਹ ਅੰਦੋਲਨ ਮੈਨੂੰ ਕਿਸੇ ਹੋਰ ਹੱਥਾਂ 'ਚ ਜਾਂਦਾ ਦਿਖਦਾ ਹੈ। ਮੈਂ ਇਹ ਨਹੀਂ ਕਹਿੰਦਾ, ਮੈਂ ਕਦੇ ਸ਼ੱਕ ਨਹੀਂ ਕਰਦਾ। ਯੂਪੀ ਵਾਲੇ ਆ, ਹਰਿਆਣੇ ਵਾਲੇ ਆ, ਰਾਜਸਥਾਨ ਵਾਲੇ ਸਾਰੇ ਸਾਡੇ ਭਰਾ ਨੇ, ਇਕੱਠੇ ਹੋ ਕੇ ਆਪਾਂ ਅੰਦੋਲਨ ਜਿਹੜਾ ਇਹ ਲੜਿਆ, ਇੱਥੋਂ ਤੱਕ ਪਹੁੰਚੇ ਆ। ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ। ਪਰ ਕਈ ਵਾਰੀ ਨਾ ਆਪਾਂ ਆਪਣੇ ਆਪ ਦੀ ਬੰਦੇ ਨੂੰ ਵਿਸ਼ਵਾਸ ਨਹੀਂ ਰਹਿੰਦਾ ਹੁੰਦਾ, ਆਪਣੇ ਆਪ ਦੀ ਬੰਦਾ ਭਰੋਸਾ ਗਵਾ ਲੈਂਦਾ ਹੈ। ਤੇ ਉਹ ਅਸੀਂ ਜਦੋਂ ਆਪਦਾ ਭਰੋਸਾ ਗਵਾਵਾਂਗੇ ਨਾ, ਆਪਦੇ ਲੋਕਾਂ ਚੋਂ ਵੀ ਤੇ ਆਪਣੇ ਚੋਂ ਵੀ, ਤਾਂ ਉਦੋਂ ਫਿਰ ਅਸੀਂ ਕਈ ਵਾਰੀ ਸਾਰਾ ਹੀ ਆਪਣਾ ਮੋਰਚਾ ਜਿਹੜਾ ਅੰਦੋਲਨ ਸੰਘਰਸ਼ ਵਾਲੇ ਇਹਨਾਂ ਚਿਰ ਲੜਦੇ ਨੂੰ ਆਪਾਂ ਨੂੰ ਹੋ ਗਏ 7 ਮਹੀਨੇ, ਉਹ ਕਿਸੇ ਦੇ ਹੋਰ ਦੇ ਹੱਥਾਂ 'ਚ ਲੈ ਜਾਵੇ ਤੇ ਉਹ ਆਪਣੇ ਹਿਸਾਬ ਨਾਲ ਫੈਸਲੇ ਲੈ ਲੈਣ ਤੇ ਆਪਣੇ ਕੋਲ ਉਦੋਂ ਕੋਈ ਕਹਿਣ ਨੂੰ ਗੱਲ ਹੀ ਨਾ ਰਹੇ, ਜਾਂ ਆਪਣੀ ਸਮਰੱਥਾ ਹੀ ਨਾ ਹੋਵੇ, ਜਾਂ ਤਾਕਤ ਹੀ ਨਾ ਹੋਵੇ, ਤਾਂ ਫਿਰ ਮੈਨੂੰ ਲੱਗਦਾ ਕਿ ਉੱਥੇ ਆਪਾਂ ਬਹੁਤ ਵੱਡਾ ਨੁਕਸਾਨ ਕਰਾਵਾਂਗੇ। ਸੋ ਅੱਜ ਮੈਂ ਪੰਜਾਬ ਦੇ ਆਗੂਆਂ ਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਹਾਨੂੰ ਆਪਣੇ ਆਪ ਤੇ ਭਰੋਸਾ ਤਾਂ ਤੁਹਾਡਾ ਬਣੂਗਾ, ਸਾਰੇ ਇੱਕ ਹੋ ਜਾਓ, ਇੱਕੋ ਹੀ ਗੱਲ ਕਰੋ, ਦੂਜੀ ਗੱਲ ਨਾ ਕਰੋ। ਪੰਜਾਬ ਦੇ ਲੋਕਾਂ 'ਚ ਆਓ, ਪੰਜਾਬ ਦੇ ਲੋਕਾਂ 'ਚ ਵਿਚਰੋ, ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਤੁਰੋ। ਜਦੋਂ ਪੰਜਾਬ ਦੁਬਾਰਾ ਉਸ ਤਰ੍ਹਾਂ ਹੀ ਮਾਹੌਲ ਬਣ ਗਿਆ ਪੰਜਾਬ ਦੇ ਵਿੱਚ, ਤਾਂ ਫਿਰ ਇਹ ਫੈਸਲਾ ਵੀ ਪੰਜਾਬ ਦੇ ਆਗੂਆਂ ਦੇ ਹਿਸਾਬ ਨਾਲ ਹੀ ਹੋਊਗਾ। ਕੱਲ ਨੂੰ ਕੋਈ ਵੀ ਸਰਕਾਰ ਫੈਸਲਾ ਕਰਦੀ ਆ, ਕੋਈ ਸਰਕਾਰ ਗੱਲਬਾਤ ਕਰਦੀ ਹੈ, ਤਾਂ ਪੰਜਾਬ ਦੇ ਆਗੂ, ਜਿਵੇਂ ਪਹਿਲਾਂ ਪੰਜਾਬ ਦੇ ਆਗੂ 32 ਆਗੂ ਪੰਜਾਬ ਦੇ ਜਾਂਦੇ ਹੁੰਦੇ ਸਰਕਾਰ ਨਾਲ ਮੀਟਿੰਗ ਕਰਨ, ਤਾਂ ਉਹੀ ਦੁਬਾਰੇ ਜਿਹੜਾ ਉਹ ਮਾਹੌਲ ਬਣਾਉਣਾ ਪੈਣਾ। ਇਹ ਆਗੂਆਂ ਦੇ ਸਿਰ ਤੇ ਖੜੀ ਹੈ ਗੱਲ। ਤੁਹਾਨੂੰ ਮੈਂ ਵਾਰ-ਵਾਰ ਅਪੀਲ ਕਰਦਾ, ਅਸੀਂ ਤੁਹਾਡੇ ਨਾਲ ਆ, ਚਟਾਨ ਨੂੰ ਖੜੇ, ਤੁਹਾਡੇ ਨਾਲ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਹੈ। ਪਰ ਤੁਹਾਨੂੰ ਇਹ ਆਪ ਪਹਿਲ ਕਰਨੀ ਪੈਣੀ ਹੈ। ਉੱਥੇ ਨਹੀਂ ਹੁਣ ਬੈਠ ਕੇ ਗੱਲ ਬਣਨੀ ਵੀ ਆਪਾਂ ਦਿੱਲੀ 'ਚ ਬੈਠੇ, ਠੀਕ ਹੈ, ਥੋੜੀ ਇੱਕ ਟੀਮ ਉੱਥੇ ਕੰਮ ਕਰੇ, ਇੱਕ ਟੀਮ ਥੋੜੀ ਪੰਜਾਬ 'ਚ ਆ ਕੇ ਕੰਮ ਕਰੇ। ਤੀਜੀ ਗੱਲ ਮੈਂ ਜਿਹੜੀ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਆਗੂਆਂ ਨੂੰ ਉਹ ਜਿਹੜੀ ਕੁੜੀ ਨਵਦੀਪ ਕੁੜੀ ਹੈ, ਉਹ ਸਾਰਾ ਆਪਾਂ ਦੇਖਿਆ ਕਿ ਕਿਹੋ ਜਿਹੀ ਉਹਦੇ ਨਾਲ ਸਲੂਕ ਕੀਤਾ ਗਿਆ। ਰੋਜ਼ ਆਪਾਂ ਦੇਖਦੇ ਹਾਂ ਮੀਡੀਆ 'ਚ ਆ ਰਹੀਆਂ ਨੇ ਗੱਲਾਂ ਬਾਤਾਂ। ਸਾਨੂੰ ਉਹਦੇ ਹੱਕ ਦੇ ਵਿੱਚ ਵੀ ਕੋਈ ਵੱਡਾ ਫੈਸਲਾ ਲੈਣ ਦੀ ਲੋੜ ਆ। ਜਿਹੜੇ ਸਾਡੇ ਨੌਜਵਾਨ ਜੇਲ੍ਹਾਂ 'ਚ ਗਏ ਨੇ ਉਹਨਾਂ ਦੇ ਹੱਕ ਦੇ ਵਿੱਚ ਵੀ, ਜਿਹੜੇ ਨੌਜਵਾਨ ਹਲੇ ਲਾਪਤਾ ਵੀ ਹੈਗੇ ਨੇ ਪਤਾ ਲੱਗਿਆ, ਉਹਨਾਂ ਦੇ ਹੱਕ ਦੇ ਵਿੱਚ ਵੀ ਸਾਨੂੰ ਅੱਜ ਵੱਡੀ ਮੁਹਿੰਮ ਚਲਾਉਣ ਦੀ ਲੋੜ ਆ, ਤਾਂ ਕਿ ਸਾਰਿਆਂ ਨੂੰ ਆਪਾਂ ਇਕੱਠੇ ਕਰਕੇ ਲੋਕਾਂ ਦਾ ਭਰੋਸਾ ਜਿੱਤ ਸਕੀਏ ਵੀ ਹਾਂ ਜੋ ਹੋ ਗਿਆ ਹਵਾ ਗਿਆ, ਸਾਰੇ ਆਪਣੇ ਨਾਲ ਆ, ਸਾਰੇ ਸਾਡੇ ਨੇ, ਉਹ ਬਗਾਨੇ ਨਹੀਂ ਹੈਗੇ। ਉਹ ਕੋਈ ਆਪਦੀ ਨਿੱਜੀ ਲੜਾਈ ਨਹੀਂ ਸੀ ਕੋਈ ਲੜਨ ਗਿਆ ਉੱਥੇ, ਕੋਈ ਆਪਣੇ ਖਾਲ ਵੱਟ ਦਾ ਰੌਲੇ ਕਰਕੇ ਨਹੀਂ ਸੀ ਗਿਆ, ਕੋਈ ਆਪਣੀ ਇਕੱਲੀ ਜ਼ਮੀਨ ਕਰਕੇ ਨਹੀਂ ਗਿਆ ਸੀ। ਸਾਰੇ ਪੰਜਾਬੀ ਨੇ ਜਿਹੜੇ ਪੂਰੇ ਪੰਜਾਬ ਲਈ ਗਏ ਸੀ। ਸੋ ਇਹ ਗੱਲਾਂ ਤੇ ਹੁਣ ਗੌਰ ਕਰਿਓ। ਬਾਰ-ਬਾਰ ਮੈਂ ਤੁਹਾਨੂੰ ਇਹ ਗੁਜ਼ਾਰਿਸ਼ਾਂ ਕਰਦਾ ਕਿ ਰੋਸੇ ਗਿਲੇ ਬਹੁਤ ਛੋਟੀਆਂ ਗੱਲਾਂ ਨੇ ਸਾਡੀਆਂ, ਇਹ ਬਹੁਤ ਛੋਟੀਆਂ ਨੇ, ਪਰ ਇਹ ਪੰਜਾਬ ਦਾ ਮਸਲਾ ਹੈ। ਦੇਖਿਓ, ਮੈਂ ਬਾਰ-ਬਾਰ ਕਹਿਣਾ ਹੁੰਦਾ ਕਿ ਜੇ ਅਸੀਂ ਇੱਥੇ ਗਲਤੀ ਕਰ ਗਏ ਨਾ, ਸਿਰਫ ਆ ਰੋਸੇ ਗਿਲੇ ਲੈ ਕੇ ਅਸੀਂ ਬੈਠੇ ਰਹੇ, ਜਾਂ ਅਸੀਂ ਹੰਕਾਰਾਂ ਦੇ ਵਿੱਚ ਫਸੇ ਰਹੇ, ਤਾਂ ਮੈਨੂੰ ਲੱਗਦਾ ਕਿ ਅਸੀਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਾ ਲੈਣਾ। ਤੇ ਆਉਣ ਵਾਲੀਆਂ ਪੀੜ੍ਹੀਆਂ ਨੇ, ਆਉਣ ਵਾਲੀਆਂ ਨਸਲਾਂ ਨੇ ਸਾਨੂੰ ਮਾਫ ਨਹੀਂ ਕਰਨਾ ਵੀ ਇਹ ਸਾਡੇ ਆਗੂ ਉਦੋਂ ਸਿਰਫ ਆਪਦੇ ਰੋਸੇ ਗਿਲੇ ਲੈ ਕੇ ਉੱਥੇ ਲੜੀ ਗਿਆ, ਉਸ ਸਮੇਂ ਜਿੱਤੋਂ ਜਿੱਤੀ ਹੋਏ ਗਏ ਤੇ ਪੰਜਾਬ ਹਰਾਤਾ ਇਹਨਾਂ ਨੇ। ਸੋ ਸਾਡੀਆਂ ਗੱਲਾਂ ਬਹੁਤ ਛੋਟੀਆਂ ਨੇ, ਛੱਡ ਦਿਓ ਭਰਾ ਬਣ ਕੇ ਗੱਲਾਂ ਬਾਤਾਂ। ਪੰਜਾਬ ਜਿੱਤਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੇ ਵੱਲੋਂ ਪੂਰਾ ਭਰੋਸਾ ਦਿਵਾਉਣਾ ਵੀ ਮੈਂ ਮਰਦੇ ਦਮ ਤੱਕ ਤੁਹਾਡੇ ਨਾਲ ਖੜਾ। ਹਰ ਤਰ੍ਹਾਂ ਦਾ ਕੋਈ ਵੀ ਗੱਲਬਾਤ ਆ ਮੈਂ ਝੱਲਣ ਨੂੰ ਤਿਆਰ ਹਾਂ, ਕਿਉਂਕਿ ਮੈਂ ਲੜ ਪੰਜਾਬ ਲਈ ਰਿਹਾ, ਆਪਣੀ ਧਰਤੀ ਮਾਂ ਲਈ ਰਿਹਾ। ਕੋਈ ਗੱਲ ਨਹੀਂ, ਮੈਂ ਪਹਿਲਾਂ ਵੀ ਕਿਹਾ, ਜਦੋਂ ਫਿਰ ਹੋਣ ਦੀ ਲੜਾਈ ਲੜਦੇ ਨੇ ਲੋਕ ਕੌਮਾਂ, ਤਾਂ ਫਿਰ ਬੜਾ ਕੁਝ ਝੱਲਣਾ ਪੈਂਦਾ ਹੁੰਦਾ ਭਰਾ। ਉਹਦੇ ਲਈ ਵੀ ਤਿਆਰ ਰਹਿਣਾ ਚਾਹੀਦਾ, ਅਸੀਂ ਤਿਆਰ ਹਾਂ। ਸੋ ਆਓ ਆਪਾਂ ਇਕੱਠੇ ਹੋ ਕੇ, ਮੈਂ ਦੁਬਾਰੇ ਨੌਜਵਾਨਾਂ ਨੂੰ ਅਪੀਲ ਕਰੂੰਗਾ, ਪੰਜਾਬ ਜਾਣਾ ਪਵੇ ਮੈਨੂੰ ਇਕੱਠ ਕਰਨੇ ਪੈਣ, ਪਰ ਤੁਸੀਂ ਇਸ ਮਸਲੇ ਤੇ ਕੋਈ ਫੈਸਲਾ ਲੈ ਕੇ ਕੋਈ ਨਾ ਕੋਈ ਪ੍ਰੋਗਰਾਮ ਦਿਓ, ਅਸੀਂ ਉਹਦੇ ਕੋਲ ਚੜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।